मैग्नैटिक फील्ड की जी डायरैक्शन आ वो डिपेंड करती है लैफ्ट हैंड थंब रूल पर कि इन्होंने किहड़ी साइड पर मूव करना है, साउथ पोल वाल करना कि नॉर्थ पोल, वो डिपेंड करता तुसीं किहड़ी डायरैक्शन दे विच उहनूं अप्लाई किया होया। ठीक है, तो वो आप डायरैक्शन मीनस होणगियां उहदे विच भी डिफलैक्ट ही यही। तो इफैक्ट ऑफ जो तुहानूं इलैक्ट्रिक ते मैग्नैटिक फील्ड पुछया जांदा तो की आउंदा है कि प्रेजेंस ऑफ इन द प्रेजेंस ऑफ इलैक्ट्रिक एंड मैग्नैटिक फील्ड दीज रेज, ठीक है, जिहड़ियां रेज हैगियां अपने कोले कैथोड रेज है, ये आपदे स्ट्रेट पाथ तो डेविएट हो जांदियां। ठीक है, डेविएशन हो जाती है। इलैक्ट्रिक फील्ड का जिहड़ा इफैक्ट सी जे थॉमसन ने स्टडी किया सी। अगेन उस तो बाद जे किसी हार्ड मैटल दे नाल टच करदियां ने, ठीक है, ਜਦੋਂ ਇਹ ਟੰਜਸਟਨ ਵਰਗੇ ਹਾਰਡ ਮੈਟਲ ਦੇ ਨਾਲ ਕੈਥੋਡ ਰੇਜ਼ ਆ ਜਿਹੜੀਆਂ ਉਹ ਹਿੱਟ ਕਰਦੀਆਂ ਨੇ ਤਾਂ ਕੀ ਪ੍ਰੋਡਿਊਸ ਕਰਦੀਆਂ ਨੇ, ਐਕਸ ਰੇਜ਼। ਅਤੇ ਜੇ ਕਿਸੇ ਛੋਟੇ ਮੋਟੇ ਥਿਨ ਮੈਟਲ ਫੋਇਲਸ ਜਿਵੇਂ ਐਲੂਮੀਨੀਅਮ ਦੇ ਫੋਇਲਸ ਹੁੰਦੇ ਆ ਉਹਨਾਂ ਨਾਲ ਕਰਦੀਆਂ, ਕਈਆਂ 'ਚ ਤਾਂ ਪੈਨੀਟਰੇਟ ਹੋ ਜਾਂਦੀਆਂ ਅਤੇ ਜੇ ਨਹੀਂ ਅਦਰਵਾਈਜ਼ ਉਹਨੂੰ ਹੀਟ ਕਰ ਦਿੰਦੀਆਂ, ਉਹਨੂੰ ਹੀਟਿੰਗ ਇਫੈਕਟ ਦਿੰਦੀਆਂ। ਠੀਕ ਹੈ, ਤਾਂ ਇਹ ਆ ਗਿਆ ਹੁਣ ਆਪਣੇ ਕੋਲ। ਉਸ ਤੋਂ ਬਾਅਦ ਕੀ ਹੈ ਕਿ ਇਹ ਸਾਰੀਆਂ ਪ੍ਰੋਪਰਟੀਜ਼ ਉਹਦੀਆਂ ਤੁਸੀਂ ਸਟੱਡੀ ਕਰ ਲੈਣੀਆਂ। ਠੀਕ ਹੈ, ਕਿ ਹੁਣ ਆਪਣੇ ਕੋਲ ਕੀ ਹੈ ਕਿ ਉਹਨਾਂ ਨੇ ਉਸ ਤੋਂ ਬਾਅਦ ਜਿਹੜੇ ਐਕਸਪੈਰੀਮੈਂਟ ਕਰੀ ਗਏ ਤਾਂ ਕੀ ਐਕਸਪੈਰੀਮੈਂਟ ਕੀਤੇ ਕਿ ਹੁਣ ਜਦੋਂ ਦੀ ਡਿਸਕਵਰੀ ਹੋ ਗਈ ਤਾਂ ਉਹਨੂੰ ਪਬਲਿਸ਼ ਕਰਨ ਦੇ ਲਈ ਉਹਨਾਂ ਨੇ ਕੀ ਕੀਤਾ ਕਿ ਮੈਟਲ ਦੇ ਇਲੈਕਟ੍ਰੋਡ ਚੇਂਜ ਕਰਕੇ ਦੇਖ ਲਏ, ਗੈਸ ਚੇਂਜ ਕਰਕੇ ਦੇਖ ਲਈ, ਠੀਕ ਹੈ, ਵੋਲਟੇਜ ਚੇਂਜ ਕਰਕੇ ਦੇਖ ਲਿਆ, ਪ੍ਰੈਸ਼ਰ ਚੇਂਜ ਕਰਕੇ ਦੇਖ ਲਿਆ, ਪਰ ਜਿਹੜੀ ਚੀਜ਼ ਵੋਲਟੇਜ ਅਤੇ ਪ੍ਰੈਸ਼ਰ 'ਤੇ ਡਿਪੈਂਡ ਕਰਨਗੀਆਂ ਇਹ ਗੈਸ ਅਤੇ ਮੈਟਲ ਮਟੀਰੀਅਲ ਜਿਹੜੇ ਕੈਥੋਡ ਤੇ ਐਨੋਡ ਰੇਜ਼ ਦਾ ਬਣਿਆ ਹੋਇਆ ਉਹਨਾਂ 'ਤੇ ਡਿਪੈਂਡ ਨਹੀਂ ਕਰਦੀਆਂ, ਨਾ ਹੀ ਤਾਂ ਨੇਚਰ ਆਫ ਗੈਸ 'ਤੇ ਡਿਪੈਂਡ ਕਰਦੀਆਂ ਅਤੇ ਨਾ ਹੀ ਇਹ ਜਿਹੜਾ ਇਲੈਕਟ੍ਰੋਡਸ ਜਿਹੜੀਆਂ ਆਪਾਂ ਲੈਂਦੇ ਹਾਂ ਮੈਟਲ ਦੀਆਂ ਕੈਥੋਡ ਤੇ ਐਨੋਡ, ਕਿਸੇ ਵੀ ਮੈਟਲ ਦੀਆਂ ਲੈ ਲਓ, ਕੋਈ ਵੀ ਗੈਸ ਲੈ ਲਓ, ਇਹਨਾਂ ਦੀਆਂ ਪ੍ਰੋਪਰਟੀਜ਼ ਆਹੀ ਰਹਿਣਗੀਆਂ। ਮੀਨਜ਼ ਕਿ ਇਹ ਇਲੈਕਟ੍ਰੋਨਸ ਹੀ ਉੱਥੋਂ ਆਉਣਗੇ ਮੈਟਲ ਦੇ ਵਿੱਚੋਂ, ਇਹ ਨਹੀਂ ਹੈਗਾ ਵੀ ਹਰੇਕ ਵਾਰੀ ਕੁਛ ਹੋਰ ਨਿਕਲਿਆ ਆਊਗਾ। ਠੀਕ ਹੈ, ਕੋਈ ਵੀ ਮੈਟਲ ਲੈ ਲਓ ਹਮੇਸ਼ਾ ਇਲੈਕਟ੍ਰੋਨਸ ਹੀ ਨਿਕਲਣਗੇ ਉਹਦੇ ਵਿੱਚ ਹਾਈ ਵੋਲਟੇਜ ਅਤੇ ਲੋ ਪ੍ਰੈਸ਼ਰ 'ਤੇ। ਠੀਕ ਹੈ, ਅਤੇ ਪਰ ਜੇ ਤੁਸੀਂ ਮਤਲਬ ਵੋਲਟੇਜ ਅਤੇ ਪ੍ਰੈਸ਼ਰ ਚੇਂਜ ਕਰੋਗੇ ਤਾਂ ਕੁਛ ਹੋਰ ਹੋ ਸਕਦਾ। ਠੀਕ ਹੈ, ਤਾਂ ਕਰਕੇ ਇਹਨਾਂ ਨੂੰ ਕੀ ਕਿਹਾ ਗਿਆ, ਜਦੋਂ ਇਹਨਾਂ ਚੀਜ਼ਾਂ ਦਾ ਮਟੀਰੀਅਲ ਚੇਂਜ ਦਾ ਅਤੇ ਗੈਸ ਚੇਂਜ ਦਾ ਕੋਈ ਇਫੈਕਟ ਨਹੀਂ ਆਇਆ ਤਾਂ ਇਹ ਕਿਹਾ ਗਿਆ ਕਿ ਜਿਹੜੀਆਂ ਕੈਥੋਡ ਰੇਜ਼ ਆ ਉਹ ਫੰਡਾਮੈਂਟਲ ਪਾਰਟੀਕਲਸ ਤੋਂ ਬਣੀਆਂ ਅਤੇ ਉਹਨਾਂ ਫੰਡਾਮੈਂਟਲ ਪਾਰਟੀਕਲਸ ਨੂੰ ਕੀ ਕਿਹਾ ਗਿਆ, ਇਲੈਕਟ੍ਰੋਨਸ। ਅਤੇ ਇਲੈਕਟ੍ਰੋਨ 'ਤੇ ਚਾਰਜ ਕਿਹੜਾ ਆ ਗਿਆ ਆਪਣੇ ਕੋਲ, ਨੈਗੇਟਿਵ ਆ ਗਿਆ। ਠੀਕ ਹੈ, ਕਲੀਅਰ ਇੱਥੋਂ ਤੱਕ। ਦੈਨ ਨੈਕਸਟ ਹੈ ਜਿਹੜੇ ਮੇਨ ਆਪਣੇ ਕੋਲ ਆਈ ਸੀਗੀ ਦੈਟ ਇਜ਼ ਚਾਰਜ ਟੂ ਮਾਸ ਰੇਸ਼ੀਓ। ਚਾਰਜ ਟੂ ਮਾਸ ਰੇਸ਼ੀਓ ਇਹ ਕੱਢੀ ਸੀਗੀ ਇਹਦੀ ਇਲੈਕਟ੍ਰੋਨ ਦੀ E/m ਰੇਸ਼ੀਓ। E ਇਜ਼ ਦਾ ਚਾਰਜ ਆਫ ਇਲੈਕਟ੍ਰੋਨ, M ਇਜ਼ ਦਾ ਮਾਸ ਆਫ ਇਲੈਕਟ੍ਰੋਨ। ਇਟ ਇਜ਼ ਕੈਲਕੂਲੇਟਡ ਬਾਈ J ਥੋਮਸਨ। J ਥੋਮਸਨ ਨੇ ਆਪਦਾ ਐਕਸਪੈਰੀਮੈਂਟਲ ਸੈਟਅਪ ਕੀਤਾ ਸੀ ਕਿ ਕੈਥੋਡ ਆਹੀ ਸਾਰਾ ਗਲਾਸ ਟਿਊਬ ਵਾਲਾ ਸੈਟਅਪ ਲਿਆ ਸੀ, ਇੱਥੇ ਇਹਨਾਂ ਨੂੰ ਵੋਲਟੇਜ ਨਾਲ ਵੀ ਜੋੜਿਆ ਸੀਗਾ। ਠੀਕ ਹੈ, ਇਹ ਸਾਰਾ ਉਹਨੇ ਗਲਾਸ ਟਿਊਬ ਵਾਲਾ ਸੈਟਅਪ ਇਹਨੂੰ ਇਲੈਕਟ੍ਰਿਕ ਅਤੇ ਮੈਗਨੈਟਿਕ ਫੀਲਡ 'ਚ ਰੱਖਿਆ। ਇੱਥੋਂ ਦੀ ਕੈਥੋਡ ਰੇਜ਼ ਕੱਢ ਕੇ ਉਹਨੇ ਕੀ ਕੀਤਾ, ਇਲੈਕਟ੍ਰਿਕ ਅਤੇ ਮੈਗਨੈਟਿਕ ਫੀਲਡ ਦਾ ਇਫੈਕਟ ਦੇਖਿਆ। ਆਹ ਮੈਗਨੈਟਿਕ ਫੀਲਡ ਪਿਆ ਅਤੇ ਆਹ ਇਲੈਕਟ੍ਰਿਕ ਫੀਲਡ ਪਿਆ। ਇਲੈਕਟ੍ਰਿਕ ਅਤੇ ਮੈਗਨੈਟਿਕ ਫੀਲਡ 'ਚ ਉਹਨੇ ਕੀ ਕੀਤਾ ਕਿ ਦੇਖੋ ਹੁਣ ਜਦੋਂ ਪਹਿਲਾਂ ਕੋਈ ਫੀਲਡ ਨਹੀਂ ਹੁੰਦਾ ਤਾਂ ਰੇਜ਼ ਕਿੱਥੇ ਜਾਂਦੀਆਂ, ਸਟਰੇਟ ਉਹ B ਪੁਆਇੰਟ 'ਤੇ ਹਿੱਟ ਕਰਦੀਆਂ। ਆਹ ਫਲੋਰੋਸੈਂਟ ਸਕਰੀਨ ਲਈ ਉਹਨੇ, ਕਿਉਂਕਿ ਇੱਥੇ ਓਬਜ਼ਰਵ ਕਰਦੇ ਹਾਂ ਆਪਾਂ ਇਹਨਾਂ ਦਾ ਬਿਹੇਵੀਅਰ। ਉਸ ਤੋਂ ਬਾਅਦ ਜਦੋਂ ਉਹਨੇ ਇਲੈਕਟ੍ਰਿਕ ਫੀਲਡ ਅਪਲਾਈ ਕਰਤਾ ਤਾਂ ਪੋਜ਼ੀਟਿਵ ਵੱਲ ਡਿਵੇਟ ਕਰ ਗਈਆਂ ਤਾਂ ਉੱਪਰ ਨੂੰ ਚਲੀਆਂ ਗਈਆਂ। ਹੋ ਸਕਦਾ ਜੇ ਪੋਜ਼ੀਟਿਵ ਨੀਚੇ ਹੁੰਦਾ ਤਾਂ ਨੀਚੇ ਚਲੀਆਂ ਜਾਂਦੀਆਂ। ਫਿਰ ਨੌਰਥ ਅਤੇ ਸਾਊਥ ਪੋਲਾਂ 'ਤੇ ਉਹਨੇ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਇਸ ਤਰੀਕੇ ਨਾਲ ਐਡਜਸਟ ਕੀਤੀ ਕਿ ਜਿੱਥੇ ਇਲੈਕਟ੍ਰਿਕ ਫੀਲਡ ਗਿਆ ਉੱਥੇ ਨਾ ਹੋ ਜਾਣ, ਉਦੋਂ ਹੋਰ ਜਗ੍ਹਾ 'ਤੇ ਜਾਣ, ਹਿੱਟ ਕਰਨ। ਕਿਉਂਕਿ ਫਿਰ ਉਹਨਾਂ ਅਦਰਵਾਈਜ਼ ਬਿਹੇਵੀਅਰ ਨਹੀਂ ਓਬਜ਼ਰਵ ਹੋਣਾ ਸੀ, ਹੈ ਨਾ। ਤਾਂ ਮੰਨ ਲਓ ਕਿ ਆਹ ਮੈਗਨੈਟਿਕ ਫੀਲਡ ਦੀ ਪ੍ਰੈਜ਼ੈਂਸ 'ਚ ਉਹ ਇੱਥੇ ਗਈਆਂ, ਮੈਗਨੈਟਿਕ ਫੀਲਡ ਹੋ ਗਿਆ। ਜਦੋਂ ਕੋਈ ਫੀਲਡ ਨਹੀਂ ਉਦੋਂ ਹਿੱਟ ਇੱਥੇ ਕੀਤਾ, ਇਲੈਕਟ੍ਰਿਕ ਫੀਲਡ ਦੀ ਪ੍ਰੈਜ਼ੈਂਸ 'ਚ ਇੱਥੇ ਕੀਤਾ। ਇਹ ਸਾਰੇ ਤੋਂ ਬਾਅਦ ਉਹਨੇ ਕੈਲਕੂਲੇਸ਼ਨਸ ਕੀਤੀਆਂ ਵਿਚ ਇਜ਼ ਆਊਟ ਆਫ ਯੂਅਰ ਸਿਲੇਬਸ। ਇੰਪੋਰਟੈਂਟ ਇਹੀ ਹੈ ਕਿ ਉਹਨੇ ਕੀ ਕੈਲਕੂਲੇਟ ਕੀਤਾ, ਚਾਰਜ ਟੂ ਮਾਸ ਦੈਟ ਇਜ਼ E/m 1.75 × 10⁻11 ਕੂਲਮ ਪਰ kg। ਠੀਕ ਹੈ, ਇਸ ਐਕਸਪੈਰੀਮੈਂਟ ਤੋਂ। ਉਸ ਤੋਂ ਬਾਅਦ ਆਉਂਦਾ ਚਾਰਜ ਆਫ ਇਲੈਕਟ੍ਰੋਨ। ਚਾਰਜ ਆਫ ਇਲੈਕਟ੍ਰੋਨ ਕਿਹਨੇ ਕੱਢਿਆ ਸੀ, ਮਿਲੀਕਨ ਨੇ। ਮਿਲੀਕਨ ਨੇ ਕਿਹੜੇ ਹੈਲਪ ਦੇ ਨਾਲ ਕੀਤਾ ਸੀ, ਆਇਲ ਡ੍ਰੌਪ ਐਕਸਪੈਰੀਮੈਂਟ ਦੇ ਨਾਲ। ਉਹਨਾਂ ਨੇ ਕੀ ਕੀਤਾ ਸੀਗਾ, ਇੱਕ ਆਇਲ ਦੀ ਡ੍ਰੌਪ ਲਈ ਸੀਗੀ, ਉੱਪਰ ਇਲੈਕਟ੍ਰਿਕ ਫੀਲਡ ਜਿਹੜਾ ਹੈਗਾ ਉਹ ਜਨਰੇਟ ਕਰਤਾ ਸੀ, ਨੀਚੇ ਗ੍ਰੈਵੀਟੇਸ਼ਨਲ ਪੁੱਲ ਲੱਗ ਰਿਹਾ ਸੀ। ਜਿਹੜੇ ਵੀ ਸੈਟਅਪ ਦੇ ਵਿੱਚ ਐਕਸਪੈਰੀਮੈਂਟ ਕੀਤਾ ਉਹਨਾਂ ਨੇ ਉੱਪਰ ਇਲੈਕਟ੍ਰਿਕ ਫੋਰਸ ਇੰਨੀ ਕੁ ਕ੍ਰੀਏਟ ਕਰਤੀ ਕਿ ਉਹ ਕਿਹਦੇ ਬਰਾਬਰ ਹੋ ਗਈ, ਗ੍ਰੈਵੀਟੇਸ਼ਨਲ ਫੋਰਸ ਦੇ ਬਰਾਬਰ ਕਰਤੀ। ਇਹਨਾਂ ਦੋਨਾਂ ਫੋਰਸਿਸ ਜਦੋਂ ਇਹ ਬਰਾਬਰ ਹੋ ਗਈਆਂ
ਤਾਂ ਇਹਨਾਂ ਵਿੱਚ ਕੀ ਹੋਇਆ ਕਿ ਜਿਹੜੀ ਡ੍ਰੌਪ ਉਹ ਸਟੇਸ਼ਨਰੀ ਫਾਰਮ 'ਤੇ ਆ ਗਈ। ਫਿਰ ਉਹਨੂੰ ਟੈਲੀਸਕੋਪ ਵਗੈਰਾ ਦੇ ਨਾਲ ਦੇਖਿਆ, ਉਹਦੇ 'ਚੋਂ ਇਲੈਕਟ੍ਰੋਨ ਕੱਢੇ ਹੈ ਨਾ, ਤਾਂ ਇਲੈਕਟ੍ਰੋਨ ਦਾ ਉਹਨਾਂ ਨੇ ਚਾਰਜ ਕੈਲਕੂਲੇਟ ਕੀਤਾ। ਠੀਕ ਹੈ, ਇਲੈਕਟ੍ਰੋਨ ਦਾ ਕੀ ਚਾਰਜ ਕੀ ਕੈਲਕੂਲੇਟ ਕੀਤਾ, ਚਾਰਜ ਕੈਲਕੂਲੇਟ ਕੀਤਾ, ਐਂਡ ਇਟ ਕਮਸ ਟੂ ਬੀ 1.6 ਇੰਟੂ 10⁻19 ਕੂਲਮ। ਇੰਨਾ ਚਾਰਜ ਆ ਗਿਆ ਇਹਦੇ 'ਤੇ। ਹੁਣ ਆਪਾਂ ਨੂੰ ਕੀ ਹੈ, E/m ਪਤਾ ਹੈ, E ਪਤਾ ਹੈ, ਤਾਂ ਆਪਾਂ ਕੀ ਕੱਢ ਸਕਦੇ ਹਾਂ, ਮਾਸ। ਅਤੇ ਮਾਸ ਆਫ ਇਲੈਕਟ੍ਰੋਨ E/E/m ਆ ਵੈਲਿਊਜ਼ ਪੁੱਟ ਕੀਤੀਆਂ, ਇਟ ਕਮਸ ਆਊਟ ਟੂ ਬੀ 9.1 ਇੰਟੂ 10⁻31 kg। ਇੰਨਾ ਮਾਸ ਆ ਗਿਆ। ਠੀਕ ਹੈ, ਮਾਸ ਆ ਗਿਆ, ਚਾਰਜ ਆ ਗਿਆ, ਚਾਰਜ ਟੂ ਮਾਸ ਰੇਸ਼ੀਓ ਆ ਗਈ। ਅਤੇ ਇਹਨਾਂ ਦੀ ਚਾਰਜ ਟੂ ਮਾਸ ਰੇਸ਼ੀਓ ਕੀ ਰਹਿੰਦੀ ਹੈ, ਫਿਕਸ ਰਹਿੰਦੀ ਹੈ। ਇਹ ਵੀ ਪ੍ਰੋਪਰਟੀਜ਼ 'ਚ ਐਡ ਕਰ ਲਿਓ। ਠੀਕ ਹੈ, ਚਾਰਜ ਟੂ ਮਾਸ ਰੇਸ਼ੀਓ ਫਿਕਸ ਰਹਿੰਦੀ ਹੈ। ਇਹ ਨੇਚਰ ਆਫ ਗੈਸ 'ਤੇ ਡਿਪੈਂਡ ਨਹੀਂ ਕਰਦੀ, ਨਾ ਹੀ ਇਹ ਕੈਥੋਡ ਐਨੋਡ ਦੇ ਮਟੀਰੀਅਲ 'ਤੇ ਡਿਪੈਂਡ ਕਰਦੀ ਹੈ। ਕਿਉਂ? ਕਿਉਂਕਿ ਆਪਾਂ ਦੇਖਿਆ ਉਹਨਾਂ ਨੇ ਸਾਰੇ ਐਕਸਪੈਰੀਮੈਂਟ ਕਰਕੇ ਕੁਛ ਵੀ ਜਦੋਂ ਚੇਂਜ ਹੀ ਨਹੀਂ ਹੋਇਆ, ਇਲੈਕਟ੍ਰੋਨ ਹੀ ਬਾਹਰ ਆ ਰਹੇ ਆ, ਅਤੇ ਇੱਥੇ ਇਲੈਕਟ੍ਰੋਨ ਦਾ ਹੀ ਮਾਸ ਰਹੂਗਾ ਅਤੇ ਇਲੈਕਟ੍ਰੋਨ ਦਾ ਹੀ ਚਾਰਜ ਰਹੂਗਾ। ਜੇ ਇਲੈਕਟ੍ਰੋਨ ਦਾ ਹੀ ਰਹੂਗਾ ਸਾਰਾ ਕੁਛ, ਤਾਂ ਉਹ ਫਿਕਸ ਹੀ ਹੈ। ਦੈਟ ਮੀਨਸ E/m ਵੀ ਇਹਨਾਂ ਦੀ ਕੀ ਹੋਊਗੀ, ਫਿਕਸ ਹੋਊਗੀ। ਠੀਕ ਹੈ, ਤਾਂ ਇਹ ਚੀਜ਼ ਯਾਦ ਰੱਖਣੀ ਹੈ, ਪ੍ਰੋਪਰਟੀ 'ਚ ਵੀ ਐਡ ਕਰ ਲੈਣੀ ਹੈ, ਔਰ ਵੈਸੇ ਵੀ ਯਾਦ ਰੱਖਣੀ ਕਿ ਇਟ ਇਜ਼ ਇੰਡੀਪੈਂਡੈਂਟ ਟੂ ਦ ਨੇਚਰ ਆਫ ਗੈਸ ਐਂਡ ਮਟੀਰੀਅਲ ਆਫ ਦ ਕੈਥੋਡ ਐਂਡ ਐਨੋਡ। ਕਲੀਅਰ? E/m ਰੇਸ਼ੀਓ ਅਤੇ ਫਿਕਸ ਰਹਿੰਦੀ ਹੈ ਇਹਨਾਂ ਦੀ। ਓਕੇ।